ਮੁਹਾਕਾ ਕਰ ਮੁਹੈ, ਕਰ ਮੋਹਿ ਪਿਤਰੀ ਦੇਹ, ਅੱਗੇ ਵਸਤ ਸੰਝਾਣੀਐ ਪਿਤਰੀ ਚੋਰ ਕਰੇ। ਸ਼ਰਾਧਾਂ ਦੇ ਬਾਬਤ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਿਉਂਕਿ ਸਾਡੇ ਸਮਾਜ ਵਿੱਚ ਵਿਪਰ ਪ੍ਰਧਾਨ ਰਿਹਾ ਹੈ, ਪੰਡਿਤ ਪ੍ਰਧਾਨ ਰਿਹਾ ਹੈ। ਉਸ ਵਿਪਰ ਦੇ ਰੂਪ ਕਈ ਹਨ, ਜ਼ਰੂਰੀ ਨਹੀਂ ਬੁੱਧੀ ਵਾਲਾ, ਧੋਤੀ ਵਾਲਾ, ਟਿੱਕੇ ਵਾਲਾ। ਪੱਗਾਂ ਦੀ ਵੈਰਾਈਟੀ ਵਿੱਚ ਵੀ ਹੈ, ਕਕਾਰਾਂ ਦੀ ਵਿੱਚ ਵੀ ਹੈ, ਚੋਲਿਆਂ ਦੇ ਵਿੱਚ ਵੀ ਹੈ। ਮਤਲਬ ਕਿ ਜੋ ਪਖੰਡਵਾਦ ਹੈ, ਵਿਪਰਵਾਦ ਹੈ, ਉਹ ਕਰਮ ਤੋਂ ਪਹਿਚਾਣਿਆ ਜਾਂਦਾ ਹੈ। ਅਸੀਂ ਭੇਖ ਵੇਖਦੇ ਹਾਂ ਵੀ ਇਹ ਬੰਦਾ ਦਸਤਾਰਧਾਰੀ ਹੈ, ਇਹ ਨਹੀਂ ਐਸਾ, ਪਰ ਐਸਾ ਨਹੀਂ। ਸਾਡੇ ਜਨਮ ਸੰਸਕਾਰ, ਸਾਡੇ ਮ੍ਰਿਤਕ ਸੰਸਕਾਰ ਨੂੰ ਪ੍ਰੈਕਟੀਕਲੀ ਜਦੋਂ ਵੇਖਦੇ ਹਾਂ, ਬੇਸ਼ੱਕ ਆਪਾਂ ਦਾਅਵੇ ਬੰਨ੍ਹਦੇ ਜਾਈਏ ਵੀ ਜਬੇ ਗਏ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਬੇਸ਼ੱਕ ਆਪਾਂ ਨਾਅਰੇ ਲਾਉਂਦੇ ਜਾਈਏ ਖਾਲਸਾ ਨਿਆਰਾ ਹੈ, ਸਾਡਾ ਪੰਥ ਨਿਆਰਾ ਹੈ, ਅਸੀਂ ਗੁਰੂ ਨਾਨਕ ਸੋਚ ਦੀ ਸੋਚ ਨੂੰ ਪਹਿਰਾ ਦਿਆਂਗੇ, ਇਸ ਤਰ੍ਹਾਂ ਜੋ ਮਰਜ਼ੀ ਬੋਲੀ ਜਾਓ, ਕਰਮਾਂ ਤੋਂ ਬਿਲਕੁਲ ਅਸੀਂ ਕਨਫਰਮ ਕਰ ਦਿੰਦੇ ਹਾਂ ਵੀ ਅਸੀਂ ਉਹੀ ਹਾਂ, ਅਸੀਂ ਸੇਮ ਹਾਂ। ਕੁਝ ਅਸੀਂ ਆਪਣੇ ਗੁਰੂ ਘਰਾਂ ਦਾ ਸਿਸਟਮ ਵੀ ਇਹੋ ਜਿਹਾ ਬਣਾਉਣਾ ਚਾਹੁੰਦੇ ਹਾਂ, ਟੱਲ ਖੜਕਾਉਣੇ, ਧੂਵੱਤੀਆਂ ਕਰਨੀਆਂ, ਨਾਰੀਅਲ ਰੱਖਣੇ, ਮਤਲਬ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਤੇ ਤੁਸੀਂ ਬਰਾਬਰ ਹੋ, ਕੋਈ ਫਰਕ ਨਹੀਂ। ਬੇਸ਼ੱਕ ਅਸੀਂ ਬਾਹਰੀ ਤੌਰ ਤੇ ਕਹਿੰਦੇ ਹਾਂ, ਪਰ ਇੱਕੋ ਹਾਂ ਅਸੀਂ ਉਹ ਸਿਸਟਮ ਚਾਹੁੰਦੇ ਹਾਂ। ਬਹੁਤ ਐਸੇ ਸਥਾਨ ਨੇ, ਵੱਡੇ ਵੱਡੇ ਤਖਤ ਨੇ, ਗੁਰੂ ਸਾਹਿਬ ਨੇ ਆਰਤੀ ਖੰਡਨ ਕੀਤੀ, ਆਪਾਂ ਉਸੇ ਆਰਤੀ ਨੂੰ ਕਰ ਰਹੇ ਹਾਂ, ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮਾਨੋ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਮਜ਼ਾਕ ਬਣਾ ਰਹੇ ਹੋਈਏ। ਤੋ ਅਸੀਂ ਕਰਮਾਂ ਕਰਕੇ ਪਹਿਚਾਣੇ ਜਾਂਦੇ ਹਾਂ। ਹੁਣ ਜਿਹੜੀ ਗੱਲ ਹੈ ਸ਼ਰਾਧ ਦੀ, ਉਦੋਂ ਵਿਪਰ ਨੇ ਆਪਣੇ ਫਾਇਦੇ ਲਈ ਪਰਿਵਾਰ ਨੂੰ ਬੰਨ੍ਹ ਲਿਆ ਸੀ। ਬੱਚਾ ਹਲੇ ਜਨਮਿਆ ਨਹੀਂ, ਉਹ ਤੋਂ ਪਹਿਲਾਂ ਵਿਪਰ ਉਸ ਘਰ ਦੇ ਵਿੱਚ ਐਂਟਰੀ ਮਾਰ ਚੁੱਕਿਆ ਸੀ। ਜਦੋਂ ਬੱਚਾ ਜਨਮੇਗਾ, ਤੁਹਾਡੇ ਘਰ ਵਿੱਚ ਸੂਤਕ ਆ ਜਾਏਗਾ। ਸੂਤਕ ਦੀਆਂ ਅਲੱਗ-ਅਲੱਗ ਵੈਰਾਈਟੀਆਂ ਸਾਨੂੰ ਆਪਾਂ ਅੱਗੇ ਪੜ੍ਹਾਂਗੇ। ਜਦੋਂ ਪ੍ਰਾਣੀ ਹਲੇ ਬੱਚਾ ਜਨਮਿਆ ਨਹੀਂ, ਵਿਪਰ ਧਾਰਮਿਕ ਜਿਹੜਾ ਆਪਾਂ ਕਹੀਏ ਪਖੰਡੀ ਬੰਦਾ, ਕੇਵਲ ਇੱਕ ਕੌਮ ਨਾਲ ਨਹੀਂ, ਆਪਾਂ ਕਹਿ ਰਹੇ ਹਾਂ ਵੀ ਦਸਤਾਰਧਾਰੀ ਵੀ ਵਿਪਰ ਹੈ, ਜਦੋਂ ਗੁਰਮਤਿ ਤੋਂ ਦੂਰ ਹੈ। ਉਹਨੇ ਬੱਚੇ ਦੇ ਜਨਮ ਤੋਂ ਪਹਿਲਾਂ ਘਰ ਵਿੱਚ ਐਂਟਰੀ ਮਾਰੀ। ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਵਿੱਚ ਕਈ ਸਾਲ ਤੱਕ ਉਹ ਉਸੇ ਘਰ ਦੇ ਵਿੱਚ ਐਂਟਰ ਰਿਹਾ। ਮਤਲਬ ਮੇਰੀ ਪੁੱਛ ਹੋਏਗੀ, ਜੋ ਵੀ ਕਰੋਗੇ ਮੈਨੂੰ ਪੁੱਛੋਗੇ, ਕੁਝ ਵੀ ਹੋਏਗਾ ਮੈਨੂੰ ਫੋਨ ਕਰੋਗੇ, ਮੈਨੂੰ ਸੱਦੋਗੇ, ਇੰਜ ਹੋ ਗਿਆ ਕੀ ਕਰੀਏ। ਉਹਨੇ ਸਾਡੀ ਸੋਚ ਨੂੰ ਬੰਦ ਕਰ ਦਿੱਤਾ। ਸਾਡੇ ਕੋਲ ਕੁਝ ਵੀ ਹੋਵੇ, ਕੁਝ ਹਾਦਸਾ ਵਾਪਰ ਜੇ, ਕੁਝ ਖੁਸ਼ੀ ਆ ਜਾਏ, ਕੋਈ ਘਰ 'ਚ ਵਾਪਰ ਜਾਵੇ, ਕੁਝ ਵੀ ਹੋ ਜਾਏ, ਸਾਡਾ ਸੰਪਰਕ ਉਸ ਨਾਲ ਬਣ ਜਾਂਦਾ ਹੈ, ਕਿਉਂਕਿ ਉਹਨੇ ਸਾਡੀ ਸੋਚ ਬੰਨ੍ਹ ਲਈ। ਅਸੀਂ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ, ਜਿਹੜੀ ਗੱਲ ਸੀ ਘਰ ਘਰ ਅੰਦਰ ਧਰਮਸ਼ਾਲ, ਉਹ ਇਹੀ ਸੀ ਕਿ ਤੁਸੀਂ ਇੱਕ ਵਿਪਰ ਨਾਲ ਜੋ ਤੁਹਾਨੂੰ ਬੰਨ੍ਹ ਕੇ ਬੈਠਾ ਹੈ ਉਹ ਤੋਂ ਛੁਟਕਾਰਾ ਪਾ ਲਿਓ। ਖੁਦ ਦਿਮਾਗ ਵਰਤੋਂ ਵੀ ਅਸੀਂ ਇਸ ਮੁਸ਼ਕਲ ਚੋਂ ਕਿਵੇਂ ਨਿਕਲਣਾ ਹੈ। ਬੜਾ ਕੀਮਤੀ ਪੱਖ ਹੈ। ਉਹਨੇ ਸ਼ਰਾਧ ਬਣਾ ਦਿੱਤੇ। ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਵਿੱਚ ਜੋ ਤੁਹਾਡਾ ਬਜ਼ੁਰਗ ਹੈ ਉਹ ਕੀ ਖਾਏਗਾ, ਕੀ ਪਹਿਨੇਗਾ, ਇਸ ਲਈ ਤੁਸੀਂ ਸਾਨੂੰ ਸੱਦੋ। ਜੋ ਕੁਝ ਜਿਵੇਂ ਹੁੰਦਾ ਨਾ ਵੀ ਕੋਈ ਬੰਦਾ ਅਮਰੀਕਾ ਗਿਆ, ਕੈਨੇਡਾ ਗਿਆ, ਪੁਰਾਣੇ ਸਮੇਂ 'ਚ ਰਿਸ਼ਤੇਦਾਰਾਂ ਦੀ ਚਿੱਠੀਆਂ ਹੁੰਦੀਆਂ ਸਨ ਡਾਕ ਘਰ ਦੇ ਵਿੱਚ। ਕਿਸੇ ਪ੍ਰਚਾਰਕ ਦੇ ਮੈਂ ਬੋਲ ਸੁਣੇ, ਬੜੇ ਕੀਮਤੀ ਬੋਲ ਕੇ ਉਹਨੇ, ਉਹ ਕਹਿੰਦੇ ਵੀ ਜਿਵੇਂ ਡਾਕ ਘਰ ਦੇ ਵਿੱਚ ਚਿੱਠੀਆਂ ਪਾਈਆਂ ਜਾਂਦੀਆਂ ਨੇ, ਫਿਰ ਡਾਕੀ ਆਉਂਦਾ ਹੈ, ਸਾਰੀਆਂ ਚਿੱਠੀਆਂ ਕੱਢ ਕੇ ਬਾਹਰ ਦੇਸ਼ 'ਚ ਭੇਜ ਦਿੰਦਾ ਹੈ, ਇੱਥੋਂ ਦੀਆਂ ਚਿੱਠੀਆਂ। ਜਿਹੜੇ ਲੋਕ ਧਰਮ ਦੇ ਠੇਕੇਦਾਰ ਬਣੇ ਹਨ, ਜਾਂ ਫਿਰ ਜਿਹੜੇ ਲੋਕ ਪਖੰਡਵਾਦ ਫੈਲਾਉਂਦੇ ਨੇ ਸ਼ਰਾਧਾਂ ਦੇ ਪ੍ਰਤੀ, ਉਹਨਾਂ ਨੇ ਆਪਣੇ ਢਿੱਡ ਨੂੰ ਇੱਕ ਡਾਕ ਘਰ ਬਣਾ ਲਿਆ। ਤੁਸੀਂ ਸਾਨੂੰ ਭੋਜਨ ਦਿਓ, ਸਾਡੇ ਵੱਲੋਂ ਖਾਧੀ ਹੋਈ ਖੁਰਾਕ ਤੁਹਾਡੇ ਬਜ਼ੁਰਗਾਂ ਤੱਕ ਜਾਏਗੀ। ਮਤਲਬ ਇਸ ਤਰ੍ਹਾਂ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਗੁਰੂ ਸਾਹਿਬ ਜੀ ਕਹਿੰਦੇ ਜੇ ਸ਼ਬਦ ਬੜਾ ਕੀਮਤੀ ਹੈ। ਮਤਲਬ ਗੁਰੂ ਸਾਹਿਬ ਜੇ ਸ਼ਬਦ ਲਿਖ ਕੇ ਦੱਸ ਰਹੇ ਨੇ ਵੀ ਅਸੀਂ ਮੰਨਦੇ ਨਹੀਂ, ਪਰ ਚਲੋ ਜੇ ਮੰਨ ਲਈਏ। ਜਿਵੇਂ ਬਾਣੀ 'ਚ ਕਈ ਥਾਵਾਂ ਤੇ ਆਉਂਦਾ ਹੈ, ਜੇ ਜੁਗ ਚਾਰੇ ਆਰਜਾ। ਮਹਾਰਾਜ ਕਹਿੰਦੇ ਜੇਕਰ ਮਨੁੱਖ ਦੀ ਉਮਰ 4 ਜੁਗਾਂ ਜਿੰਨੀ ਹੋ ਜਾਵੇ, ਜੇ ਮਤਲਬ ਮੰਨ ਲੈਂਦੇ ਹਾਂ, ਕੋਈ ਗੱਲ ਨਹੀਂ ਵੀ ਜਿਵੇਂ ਤੁਸੀਂ ਸੋਚ ਰਹੇ ਹੋ, ਚਲੋ ਆਪਾਂ ਉਸੇ ਤਰੀਕੇ ਚੱਲਦੇ ਹਾਂ ਅੱਗੇ। ਦੇਖੋ ਉਸੇ ਤਰੀਕੇ ਚੱਲਦੇ ਆਪਾਂ। ਜੇ ਦਾ ਅਰਥ ਇਹ ਹੈ, ਪਿੱਛੇ ਵੀ ਸ਼ਾਇਦ ਆਇਆ ਸੀ, ਆਪਾਂ ਮੁਬਾਰਕ ਸ਼ਬਦ ਜਦੋਂ ਪੜ੍ਹਿਆ ਉਹਦੇ ਵਿੱਚ ਵੀ ਜ਼ਿਕਰ ਆਇਆ ਸੀ, ਮਹਾਰਾਜ ਨੇ ਉੱਥੇ ਵੀ ਜੇ ਸ਼ਬਦ ਵਰਤਿਆ ਸੀ। ਇੱਕ ਆਪਾਂ ਪੜ੍ਹ ਰਹੇ ਹਾਂ ਜੇ ਜੁਗ ਚਾਰੇ ਆਰਜਾ, ਤੇ ਅੱਗੇ ਬਾਣੀ ਦੇ ਅੰਦਰ ਅਗਾਂਹ ਆਪਾਂ ਬਚਨ ਪੜਾਂਗੇ ਜੇਕਰ ਸੁੱਤਕ ਮੰਨੀਏ, ਉੱਥੇ ਵੀ ਜੇ ਸ਼ਬਦ ਆ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ,
ਮੁਹਾਕਾ ਦਾ ਅਰਥ ਹੁੰਦਾ ਚੋਰ, ਠੱਗੀ ਕਰਨ ਵਾਲਾ। ਗੁਰੂ ਸਾਹਿਬ ਕਹਿੰਦੇ ਚਲੋ ਅਸੀਂ ਮੰਨਦੇ ਹਾਂ ਕਿ ਜਿਹੜਾ ਵੀ ਤੁਸੀਂ ਧਾਰਮਿਕ ਲੋਕਾਂ ਨੂੰ ਭੋਜਨ ਖਵਾ ਰਹੇ ਹੋ ਉਹ ਤੁਹਾਡੇ ਪਿੱਤਰਾਂ ਤੱਕ, ਪਾਪਾ ਜੀ, ਬੇਬੇ ਜੀ, ਦਾਦਾ ਜੀ, ਨਾਨਾ ਜੀ, ਨਾਨੀ ਜੀ, ਫੁੱਫੜ ਜੀ, ਭਾਈਆ ਜੀ, ਜੋ ਚੱਲ ਚੁੱਕਿਆ ਹੈ ਉਹਦੇ ਤੱਕ ਪਹੁੰਚ ਰਿਹਾ ਹੈ, ਇਹ ਜਾਂਦਾ ਨਹੀਂ। ਗੁਰੂ ਸਾਹਿਬ ਕਹਿੰਦੇ ਚਲੋ ਤੁਹਾਡੇ ਬਣਾਏ ਹੋਏ ਰਸਤੇ 'ਚ ਆਪਾਂ ਚੱਲਦੇ ਹਾਂ, ਮੰਨ ਲੈਂਦੇ ਆਪਾਂ। ਜੇ ਮੁਹਾਕਾ ਘਰ ਮੂੰਹ ਹੈ, ਗੁਰੂ ਸਾਹਿਬ ਕਹਿੰਦੇ ਅਮੀਰ ਬੰਦੇ ਨੇ ਤੇ ਰਾਸ਼ਨ ਇਕੱਠਾ ਕਰ ਲਿਆ, ਉਹਨੇ ਤੇ ਧਾਰਮਿਕ ਪੰਡਿਤ, ਪੁਜਾਰੀ, ਗ੍ਰੰਥੀ ਭਾਈ ਨੂੰ ਖਵਾ ਦਿੱਤਾ। ਹਾਲਾਂਕਿ ਚਲੋ ਉਹ ਤੇ ਇੱਕ ਸੱਦਦੇ ਸੀ, ਅਸੀਂ ਤੇ ਪੰਜਾਂ ਨੂੰ ਲੈ ਕੇ ਚੱਲਦੇ ਹਾਂ ਕੰਮ, ਪੰਜਾਂ ਦਾ, ਨਾ 6 ਨਾ 4 5। ਆਪਾਂ ਉਸ ਬਾਰੇ ਵੀ ਗੱਲ ਕਰਾਂਗੇ। ਗੁਰੂ ਸਾਹਿਬ ਕਹਿੰਦੇ ਜੇ ਮੁਹਾਕਾ ਘਰ ਮੂੰਹ ਹੈ, ਮੰਨ ਲਓ ਕੋਈ ਗਰੀਬ ਬੰਦਾ ਹੈ, ਉਹ ਗਰੀਬ ਬੰਦਾ ਰਾਸ਼ਨ ਦਾ ਪ੍ਰਬੰਧ ਨਹੀਂ ਕਰਦਾ, ਉਹ ਸੋਚੇ ਵੀ ਮੇਰੇ ਪਿੱਤਰ ਤੇ ਉੱਥੇ ਭੁੱਖੇ ਮਰ ਗਏ, ਮੇਰੇ ਫੁੱਫੜ ਜੀ, ਮੇਰੇ ਤਾਇਆ ਜੀ, ਮੇਰੇ ਪਾਪਾ ਜੀ, ਮੇਰੇ ਨਾਨਾ ਜੀ, ਉਹ ਸੋਚੇ ਵੀ ਮੈਂ ਤੇ ਹੁਣ ਸ਼ਰਾਧ ਦੇ ਵਿੱਚ ਖਾਲੀ ਨਹੀਂ ਜਾਣ ਦੇਣਾ ਕੰਮ। ਉਹਨੇ ਰਾਤ ਨੂੰ ਪਲੈਨਿੰਗ ਕੀਤੀ, ਘਰ ਕਿਸੇ ਦੇ ਗਿਆ, ਉੱਥੋਂ ਰਾਸ਼ਨ ਚੋਰੀ ਕਰ ਲਿਆ। ਮੁਹਾਕਾ, ਡਾਕਾ ਮਾਰਨਾ, ਚੋਰੀ ਕਰ ਲਈ। ਉਹਨੇ ਫਿਰ ਸਾਰਾ ਰਾਸ਼ਨ, ਦਾਲ, ਘਿਓ, ਖੀਰ, ਪੂੜੀਆਂ ਵਗੈਰਾ, ਛੋਲੇ ਵਗੈਰਾ, ਸਬਜ਼ੀ ਬਣਾਈ, ਤਿਆਰ ਕੀਤਾ। ਚੋਰੀ ਦਾ, ਪੈਸਿਆਂ ਦਾ ਜਾਂ ਰਾਸ਼ਨ ਚੋਰੀ ਕਰ ਲਿਆ। ਚੋਰੀ ਦੇ ਗਲਤ ਤਰੀਕੇ ਪੈਸੇ ਇਕੱਠੇ ਕੀਤੇ ਹੋਏ ਉਹਦਾ ਭੋਜਨ ਉਹਨੇ, ਮੰਨ ਲਓ ਪੰਡਿਤ ਜੀ ਨੂੰ, ਗ੍ਰੰਥੀ ਜੀ ਨੂੰ, ਕਿਸੇ ਨੂੰ ਘਰ ਸੱਦਿਆ ਵੀ ਛਕੋ ਜੀ, ਤੇ ਫਿਰ ਅਰਦਾਸ ਹੋਈ ਵੀ ਖਾਧਾ ਹੋਇਆ ਭੋਜਨ ਫਲਾਣੇ ਦੇ ਪਿੱਤਰਾਂ ਤੱਕ ਪਹੁੰਚੇ, ਪ੍ਰੋਸੈਸ ਸ਼ੁਰੂ ਹੋ ਜੇ ਜੀ। ਪ੍ਰੋਸੈਸ ਸ਼ੁਰੂ ਹੋ ਗਿਆ। ਗੁਰੂ ਸਾਹਿਬ ਕਹਿੰਦੇ ਚਲੋ ਮੰਨਿਆ। ਹੁਣ ਜਿਹੜਾ ਭੋਜਨ ਖਾਧਾ ਹੈ, ਮੰਨ ਲਓ ਉਹ ਬਜ਼ੁਰਗਾਂ ਤੱਕ ਪਹੁੰਚ ਗਿਆ, ਅੱਗੇ ਉਹਨਾਂ ਨਾਨਾ ਨਾਨੀ ਜੀ ਨੂੰ ਮਾਲ ਪੂੜੇ ਖਾਧੇ ਹੋਏ ਪਹੁੰਚ ਗਏ। ਗੁਰੂ ਸਾਹਿਬ ਕਹਿੰਦੇ ਮੰਨਿਆ। ਜੇ ਮੁਹਾਕਾ ਘਰ ਮੋਹੇ ਪਿੱਤਰੀ ਦੇ, ਪਿੱਤਰਾਂ ਨੂੰ ਉਹ ਖਾਣਾ ਭੋਜਨ ਪਹੁੰਚ ਗਿਆ। ਗੁਰੂ ਸਾਹਿਬ ਕਹਿੰਦੇ ਅੱਗੇ ਤੇ ਉਹ ਪਿੱਤਰ ਵੀ ਬੈਠੇ ਨੇ ਜਿਨ੍ਹਾਂ ਦੇ ਘਰ ਵਿੱਚ ਚੋਰੀ ਕੀਤੀ ਹੈ, ਅੱਗੇ ਵਸਤ ਸੰਝਾਣੀਆਂ। ਉਹਨਾਂ ਨੇ ਸਮਝ ਲੈਣਾ ਵੀ ਇਹ ਤੇ ਸਾਡੇ ਘਰੋਂ ਪੈਸੇ ਚੋਰੀ ਕਰਕੇ ਤੁਸੀਂ ਲੈ ਕੇ ਆਏ ਹੋ, ਇਹ ਵਾਲਾ ਰਾਸ਼ਨ ਤੇ ਸਾਡੇ ਘਰੋਂ ਚੁੱਕ ਕੇ ਲੈ ਕੇ ਆਉਂਦਾ ਹੈ। ਜੇਕਰ ਖਾਣ ਵਾਲੇ, ਖਿਲਾਉਣ ਵਾਲੇ ਦੇ ਪਿੱਤਰ ਬੈਠੇ ਨੇ, ਜਿਹਦੇ ਘਰ ਵਿੱਚ ਚੋਰੀ ਕੀਤੀ ਗਈ ਉਹਦੇ ਪਿੱਤਰ ਵੀ ਤੇ ਬੈਠੇ ਨੇ। ਗੁਰੂ ਸਾਹਿਬ ਜੀ ਕਹਿੰਦੇ ਅੱਗੇ ਵਸਤ ਸੰਝਾਣੀਆਂ। ਗੁਰਮਤ ਅੱਗੇ ਨੂੰ ਮਰਨ ਤੋਂ ਬਾਅਦ ਨਹੀਂ ਮੰਨਦੀ, ਪਰ ਜੇ ਮਹਾਰਾਜ ਕਹਿੰਦੇ ਜੇ ਤੁਸੀਂ ਮੰਨਦੇ ਹੋ, ਅੱਗੇ ਤੁਹਾਡੇ ਬਜ਼ੁਰਗਾਂ ਦਾ ਖਾਧਾ ਹੋਇਆ ਰਾਸ਼ਨ ਜਿਹੜਾ ਹੈ ਉਹ ਖਾਣ ਲੱਗੇ ਨੇ, ਜਿਨ੍ਹਾਂ ਦੇ ਘਰ ਚੋਰੀ ਕੀਤੀ ਹੈ ਉਹਨਾਂ ਦੇ ਬਜ਼ੁਰਗ ਵੀ ਉੱਥੇ ਬੈਠੇ ਨੇ, ਉਸੇ ਬਰਾਂਡੇ ਦੇ ਵਿੱਚ ਬੈਠੇ ਨੇ, ਉਹਨਾਂ ਨੇ ਪਹਿਚਾਣ ਕਰ ਲਈ ਵੀ ਇਹ ਤੇ ਸਾਡੇ ਘਰ ਦਾ ਰਾਸ਼ਨ ਹੈ, ਪਿੱਤਰੀ ਚੋਰ ਕਰੇ। ਗੁਰੂ ਸਾਹਿਬ ਕਹਿੰਦੇ ਤੁਸੀਂ ਤੇ ਭਾਈ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਵੀ ਚੋਰ ਸਾਬਤ ਕਰ ਦਿੱਤਾ ਹੈ, ਇਸ ਲਈ ਗੁਰੂ ਸਾਹਿਬ ਕਹਿੰਦੇ ਉਹ ਰਸਤਾ ਤਿਆਗ ਦਿਓ। ਫਿਰ ਗੁਰੂ ਸਾਹਿਬ ਜੀ ਨੇ ਕੀਮਤੀ ਗੱਲ ਕੀਤੀ, ਯਾਦ ਰੱਖੋ ਜੇ ਕਿਸੇ ਲੋੜਵੰਦ ਨੂੰ ਭੋਜਨ ਖਵਾਉਣਾ ਕੇਵਲ ਸਿੱਖ ਦਾ ਹੀ ਨਹੀਂ, ਮਨੁੱਖ ਦਾ ਫਰਜ਼ ਹੈ। ਲੋੜਵੰਦ ਨੂੰ ਭੋਜਨ ਛਕਾਉਣਾ। ਗੁਰੂ ਸਾਹਿਬ ਨੇ ਲੰਗਰ ਪ੍ਰਥਾ ਚਲਾਈ, ਰਸਤੇ ਦੂਰ ਹੁੰਦੇ ਸਨ, ਹੋਟਲ ਢਾਬਾ ਸਿਸਟਮ ਨਹੀਂ ਹੁੰਦਾ ਸੀ, ਰਾਹੀ ਲੋੜਵੰਦ ਆਂਦੇ ਜਾਂਦੇ ਸਨ। 5-10 ਸਾਲ ਪਹਿਲਾਂ ਆਪਾਂ ਗੱਲ ਕਰੀਏ, ਆਪਾਂ ਆਂਢ ਗੁਆਂਢ ਦੇ ਘਰੋਂ ਕੋਈ ਸਬਜ਼ੀ ਕੋਲੀ ਭਰ ਕੇ ਲੈ ਕੇ ਆਉਂਦੇ ਸਾਂ, ਫਿਰ ਉਹ ਖਾਲੀ ਕੋਲੀ 'ਚ ਆਪਾਂ ਹੋਰ ਆਈਟਮ ਜੋ ਤਿਆਰ ਹੋਈ ਹੈ ਘਰੋਂ ਦੇ ਦਿੰਦੇ ਸਾਂ। ਇਹ ਚੀਜ਼ਾਂ ਮਨਾਹੀ ਨਹੀਂ ਹਨ, ਇਹ ਸਾਂਝ ਹੈ, ਇੱਕ ਵਧੀਆ ਗੱਲ ਹੈ। ਪਰ ਜਿਹੜਾ ਗੁੰਮਰਾਹ ਕਰਕੇ ਕੋਈ ਬੰਦਾ ਕਹੇ ਜੇ ਸਾਨੂੰ ਭੁੱਖ ਲੱਗੀ ਹੈ ਅਸੀਂ ਭੋਜਨ ਖਾਣਾ ਹੈ, ਬੜੀ ਵਧੀਆ ਗੱਲ ਹੈ। ਪਰ ਕੋਈ ਬੰਦਾ ਕਹੇ ਜੀ ਤੁਸੀਂ ਸਾਨੂੰ ਖਵਾਓਗੇ ਸਾਡੇ ਪਿੱਤਰਾਂ ਤੱਕ ਜਾਏਗਾ, ਉਹ ਗਲਤ ਤਰੀਕਾ ਹੋ ਗਿਆ, ਗੁੰਮਰਾਹ ਹੋ ਗਿਆ। ਅਸੀਂ ਗੁੰਮਰਾਹ ਹੋ ਰਹੇ ਹਾਂ। ਹੋਰ ਗ੍ਰੰਥਾਂ ਨੂੰ ਪੂਜਣ ਵਾਲੇ ਹੋਣ ਤੇ ਹੋਣ, ਹੋਰ ਸਮਾਜ ਦੇ ਲੋਕ ਹੋਣ ਤੇ ਹੋਣ, ਜਿਸ ਗੁਰੂ ਨੇ ਐਡੀ ਵੱਡੀ ਮਨਾਹੀ ਕਰ ਦਿੱਤੀ, ਜਿਸ ਗੁਰੂ ਨੇ ਇਹ ਸ਼ਬਦ ਲਿਖ ਦਿੱਤੇ, ਉਸ ਗੁਰੂ ਨੂੰ ਵੀ ਆਪਾਂ, ਇਤਿਹਾਸ ਕਹਿੰਦਾ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸਾਡਾ ਇਤਿਹਾਸ ਇਹੋ ਜਿਹਾ ਲਿਖਿਆ ਗਿਆ, ਗਲਤ ਤਰੀਕੇ ਲਿਖਿਆ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦਾ ਸ਼ਰਾਧ ਕੀਤਾ। ਇਤਿਹਾਸ ਚੱਲ ਰਿਹਾ ਇਸ ਤਰ੍ਹਾਂ, ਗੁਰਬਾਣੀ ਚੱਲ ਰਹੀ ਹੈ ਇਸ ਤਰ੍ਹਾਂ, ਅਸੀਂ ਬਰਾਬਰ ਨਹੀਂ ਚਲਾ ਸਕੇ। ਇਹ ਲਿਖਤਾਂ ਲਿਖੀਆਂ ਹੋਈਆਂ ਨੇ, ਕਈ ਐਸੇ ਗ੍ਰੰਥ ਨੇ ਜਿਵੇਂ ਸੂਰਜ ਪ੍ਰਕਾਸ਼ ਜਾਂ ਹੋਰ, ਵੀ ਗੁਰੂ ਨਾਨਕ ਸਾਹਿਬ ਜੀ ਨੇ ਪੰਡਤਾਂ ਨੂੰ ਸੱਦ ਕੇ ਆਪਣੀ ਮਾਤਾ ਪਿਤਾ ਦਾ ਸ਼ਰਾਧ ਕੀਤਾ। ਉਹ ਲਿਖਿਆ ਤਾਂ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਕਹਿਲਾਉਣ ਵਾਲੇ ਸਾਨੂੰ ਵੀ ਬੁਲਾਣ ਅਤੇ ਸ਼ਰਾਧ ਕਰਨ। ਇੱਕੋ ਹਫ਼ਤੇ ਦਾ 10 ਕੁ ਦਿਨ ਦਾ ਹੁੰਦਾ ਹੈ ਸਮਾਂ, ਉਦੋਂ ਥੋੜਾ ਬਿਜ਼ੀ ਹੁੰਦਾ ਹੈ ਉਹਨਾਂ ਦਿਨਾਂ 'ਚ, ਮਤਲਬ ਉਸ ਦਿਨ ਜਿਹੜੇ ਪਿੱਤਰ ਨੇ ਉਹ ਆਨਲਾਈਨ ਡਾਇਰੈਕਟ ਜ਼ਿਆਦਾ ਆ ਜਾਂਦੇ ਨੇ, ਬਾਕੀ ਸਾਲ ਨਹੀਂ ਆਉਂਦੇ। ਸ਼ਰਾਧਾਂ ਦੇ ਕੁਝ ਦਿਨ ਹੁੰਦੇ ਨੇ ਵੀ ਉਹਨਾਂ ਨੂੰ ਉਦੋਂ ਹੀ ਭੁੱਖ ਜ਼ਿਆਦਾ ਲੱਗਦੀ ਹੈ। ਫਿਰ ਅਸੀਂ ਇਹ ਨਹੀਂ ਵੇਖਦੇ ਬੰਦਾ ਰੱਜਿਆ ਹੈ, ਇਹਨੂੰ ਲੋੜ ਹੈ ਜਾਂ ਨਹੀਂ ਹੈ, ਜ਼ਬਰਦਸਤੀ, ਫਿਰ ਜ਼ਬਰਦਸਤੀ ਕੰਮ ਚੱਲਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਲੋਕ ਇਹੋ ਜਿਹੇ ਕਰਮ ਕਰ ਰਹੇ ਹਨ ਜਾਂ ਕਰਾ ਰਹੇ ਹਨ, ਵੱਡੀਆਂ ਹੱਥ ਦਲਾਲ ਕੇ, ਇਹੋ ਜਿਹੇ ਦਲਾਲ ਦੇ
ਆਪ ਜੀ ਕਹਿੰਦੇ ਵੱਢ ਦੇਣਾ ਚਾਹੀਦਾ ਹੈ। ਵੱਡੀਆਂ ਹੱਥ ਦਲਾਲ ਕੈ ਮੁਸਫੀਏ ਕਰੇ। ਹੁਣ ਇਹਦਾ ਅਰਥ ਇਹ ਨਹੀਂ ਵੀ ਆਪਾਂ ਉਹਦੇ ਇੱਕ ਇੱਕ ਲਫ਼ਜ਼ ਨੂੰ ਸਮਝੀਏ। ਦਲਾਲ ਕੌਣ ਹੈ? ਜੋ ਇਹ ਕਰਮ ਕਰਾ ਰਿਹਾ ਹੈ, ਜਿਹੜਾ ਪਰਿਵਾਰ ਨੂੰ ਕਹਿ ਰਿਹਾ ਤੁਹਾਡੇ ਦੁਆਰਾ ਦਿੱਤਾ ਭੋਜਨ ਪਿੱਤਰਾਂ ਤੱਕ ਜਾਏਗਾ, ਜਿਹੜਾ ਵਿੱਚ ਦਲਾਲੀ ਕਰ ਰਿਹਾ ਹੈ, ਚਾਹੇ ਉਹ ਪੰਡਤ ਰੂਪ 'ਚ ਹੈ, ਚਾਹੇ ਉਹ ਭਾਈ ਜੀ ਰੂਪ 'ਚ ਹੈ, ਚਾਹੇ ਉਹ ਕਿਸੇ ਵੀ ਰੂਪ 'ਚ ਹੈ, ਉਹਨੂੰ ਦਲਾਲ ਸ਼ਬਦ ਮਹਾਰਾਜ ਨੇ, ਮਹਾਰਾਜ ਕਹਿੰਦੇ ਉਹਦੇ ਹੱਥ ਵੱਢ ਦੇਣੇ ਚਾਹੀਦੇ ਹਨ। ਕਿੱਡੀ ਵੱਡੀ ਗੱਲ ਹੈ। ਉਹ ਯਾਦ ਰੱਖੋ, ਪ੍ਰੈਕਟੀਕਲੀ ਮਤਲਬ ਸਰੀਰਕ ਤੌਰ ਤੇ ਨਹੀਂ ਕਿ ਹੱਥ ਵੱਢ ਦੇਣੇ ਚਾਹੀਦੇ ਨੇ, ਮਤਲਬ ਉਹਦਾ ਇਹ ਵਾਲਾ ਝੂਠਾ ਹੱਕ ਖੋਹ ਲੈਣਾ ਚਾਹੀਦਾ ਹੈ। ਇਹਦਾ ਅਰਥ ਇਹ ਹੈ, ਕਿਸੇ ਦੇ ਹੱਥ ਵੱਢ ਦੇਣੇ ਆਪਾਂ, ਜੋ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਤਰ ਤਲੀ, ਜੈਸੇ ਕਈ ਸ਼ਬਦ ਨੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਹ ਅਰਥ ਫਿਜ਼ੀਕਲੀ ਨਹੀਂ ਚੱਲ ਰਹੇ ਵੀ ਫਿਜ਼ੀਕਲੀ ਗਰਦਨ ਵੱਢ ਦਿਓ ਜਾਂ ਉਹ ਗਰਦਨ ਵੱਢ ਕੇ ਅਸੀਂ ਪੈਰਾਂ ਥੱਲੇ ਰੱਖ ਦਈਏ, ਐਸਾ ਨਹੀਂ। ਵੱਡੀਆਂ ਹੱਥ ਦਲਾਲ ਕੇ ਜਿਹੜਾ ਬੰਦਾ ਸਾਨੂੰ ਗੁੰਮਰਾਹ ਕਰ ਰਿਹਾ ਹੈ, ਪੰਡਤ ਰੂਪ 'ਚ, ਬ੍ਰਾਹਮਣ ਰੂਪ 'ਚ, ਭਾਈ ਜੀ ਰੂਪ 'ਚ, ਗ੍ਰੰਥੀ ਰੂਪ 'ਚ, ਉਹਦੇ ਹੱਥ ਵੱਢ ਦਿਓ। ਮਤਲਬ ਇਹ ਝੂਠਾ ਹੱਕ ਉਹਦੇ ਕੋਲੋਂ ਖੋਹ ਲਿਓ, ਉਹਦੀ ਨਾ ਮੰਨੋ, ਆਪਣੀ ਦਿਮਾਗ ਦੀ ਵਰਤੋਂ ਕਰੋ। ਇਸ ਕਰਕੇ ਗੁਰਮਤਿ ਵਿੱਚ ਸ਼ਰਧ ਦੇ ਆਪਾਂ ਪੱਖ ਵਿਚਾਰ ਰਹੇ ਹਾਂ। ਇੱਕ ਸ਼ਬਦ ਆਉਂਦਾ ਹੈ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਜੀ ਨੇ ਕਮਾਲ ਕੀਤੀ, ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋ ਮੋਏ ਸ਼ਰਾਧ ਕਰਾਹੀ। ਜਿਉਂਦਿਆਂ ਜੀ ਮਾਤਾ ਪਿਤਾ ਨੂੰ ਕੋਈ ਮੰਨਦਾ ਨਹੀਂ, ਜਿਉਂਦਿਆਂ ਜੀ ਮਾਤਾ ਪਿਤਾ ਦੇ ਕੋਈ ਗੋਡੀ ਹੱਥ ਪੈਰੀ ਹੱਥ ਨਹੀਂ ਲਾਉਂਦਾ। ਮਰਨ ਤੋਂ ਬਾਅਦ ਮੜੀਆਂ ਦੇ ਵਿੱਚ ਚਾਦਰ ਵਿਛਾ ਕੇ ਪਹਿਲਾਂ ਪਰਿਵਾਰ ਦਾ ਕੱਲਾ ਕੱਲਾ ਮੈਂਬਰ ਪੈਰਾਂ 'ਚ ਆ ਕੇ ਰੋਂਦਾ ਹੈ। ਜਿਉਂਦਿਆਂ ਜੀ ਕੋਈ ਪੈਰੀ ਹੱਥ ਭੁੱਲ ਭੁਲੇਖੇ ਵੀ ਨਹੀਂ ਲਾਉਂਦਾ ਸੀ। ਪੈਂਦਿਆਂ ਮੂਹਰੇ ਕੋਈ ਬਹਿ ਕੇ ਰਾਜੀ ਨਹੀਂ ਸੀ ਵੀ ਮਾਂ ਜੀ, ਦਾਦੀ ਜੀ, ਮੰਮੀ ਜੀ ਠੀਕ ਹੋ, ਕੋਈ ਹਾਸਾ ਮਜ਼ਾਕ, ਕੋਈ ਗੱਲ ਕਰਕੇ ਰਾਜੀ ਨਹੀਂ ਸੀ। ਤੇ ਮਰਨ ਤੋਂ ਬਾਅਦ ਵਿੱਚ ਕਿਉਂਕਿ ਸਾਨੂੰ ਕੋਈ ਹੋਰ ਚਲਾ ਰਿਹਾ ਹੈ, ਇਹ ਸਿਸਟਮ ਬਣਾ ਦਿੱਤਾ ਗਿਆ ਹੈ। ਦੇਖੋ, ਇੱਕ ਦੇ ਹੋ ਜਾਣਾ ਚਾਹੀਦਾ ਹੈ। ਇਹ ਵੀ ਜੋ ਗੁਰਮਤਿ ਕਹਿੰਦੀ ਹੈ, ਇਹ ਨਹੀਂ ਵੀ ਅਸੀਂ ਗੁਰੂ ਘਰ ਨੂੰ ਵੀ ਮੰਨੀਏ ਤੇ ਜਿਹੜਾ ਉਧਰਲਾ ਸਿਸਟਮ ਹੈ ਆਪਾਂ ਉਹਨੂੰ ਵੀ ਲੈ ਕੇ ਚੱਲੀਏ। ਜਾਂ ਤੇ ਆਪਾਂ ਐਲਾਨ ਕਰ ਦਈਏ ਵੀ ਉਧਰ ਹੀ ਆ, ਜਾਂ ਫਿਰ ਆਪਾਂ ਜੇ ਇੱਧਰ ਆ ਗਏ ਤੇ ਫਿਰ ਉਹ ਭਰੋਸਾ ਰੱਖੀਏ। ਅਸੀਂ ਦੋਵੇਂ ਚੀਜ਼ਾਂ, ਉੱਥੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੁੰਦਾ, ਉੱਥੇ ਉਹ ਕਹਿੰਦੇ ਜੀ ਧੂਵੱਤੀ, ਅਗਰਬੱਤੀ, ਖਾਣ ਦੀਆਂ ਚੀਜ਼ਾਂ ਕਹਿੰਦੇ ਬਰਫੀ ਇੱਥੇ ਰੱਖ ਦਿਓ, ਉਧਰ ਨੂੰ ਧੂਵੱਤੀ ਲਾ ਦਿਓ, ਇਸ ਪ੍ਰਾਣੀ ਦੇ ਮੂੰਹ 'ਚ ਘਿਓ ਦਾ ਡੱਬਾ ਪਾ ਦਿਓ। ਜਿਉਂਦਿਆਂ ਜੀ ਅਸੀਂ ਚਾਹੇ ਸਰੀਰ ਖੁਸ਼ਕ ਹੋਵੇ ਬਜ਼ੁਰਗ ਦਾ, ਕਦੇ ਕੁਝ ਨਹੀਂ ਪੁੱਛਿਆ। ਫਿਰ ਸ਼ੀਸ਼ਿਆਂ 'ਚ ਅਲੱਗ-ਅਲੱਗ ਤਰ੍ਹਾਂ, ਬਹੁਤ ਸ਼ੀਸ਼ਿਆਂ ਦੇ ਵਿੱਚ ਗਊ ਮੂਤਰ ਅਸੀਂ ਆਪ ਹੱਥੀਂ, ਆਪਣੇ ਦਾਦਾ ਜੀ ਮਾਮਾ ਜੀ ਦੇ ਸ਼ੀਸ਼ੀ ਹੁੰਦੀ ਨਾ ਗਊ ਮੂਤਰ, ਉਹ ਵੀ ਅਸੀਂ ਪਿਲਾ ਰਹੇ ਹਾਂ। ਮਤਲਬ ਸਾਡਾ ਦਿਮਾਗ ਨੂੰ ਤਾਲਾ ਲੱਗ ਚੁੱਕਿਆ ਹੁੰਦਾ ਹੈ ਵੀ ਕੀ ਕਰਮ ਅਸੀਂ ਕਰ ਰਹੇ ਹਾਂ ਕੀ ਨਹੀਂ। ਸਾਨੂੰ ਸੋਚ ਸਮਝ ਜਿਹੜੀ ਗੁਰੂ ਸਾਹਿਬ ਬਾਣੀ 'ਚ ਦੇ ਰਹੇ ਨੇ ਵੀ ਵੱਡੀਆਂ ਹੱਥ ਦਲਾਲ ਕੇ, ਇਹੋ ਜਿਹੇ ਦਲਾਲ ਦੇ ਹੱਕ ਖੋਹ ਲੈਣੇ ਚਾਹੀਦੇ ਹਨ। ਮਤਲਬ ਉਹਦੇ ਅਨੁਸਾਰੀ ਸਾਨੂੰ ਨਹੀਂ ਚੱਲਣਾ ਚਾਹੀਦਾ। ਜਿਹੜੀ ਆਪਾਂ ਗੱਲ ਕਰ ਰਹੇ ਸੀ, ਕਬੀਰ ਸਾਹਿਬ ਕਹਿੰਦੇ ਜੇਕਰ ਸੁਤਕ ਮੰਨੀਏ, ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਜੀਵਤ ਪਿੱਤਰ ਨਾ ਮਾਨੇ ਕੋ ਮੋਏ ਸ਼ਰਾਧ ਕਰਾਹੀ, ਪਿੱਤਰ ਪੀ ਬਪਰੇ ਕਹੂ ਕਿਉਂ ਪਾਵੇਂ, ਕਊਆ ਕੁਕਰ ਖਾਹੀ। ਜਿਉਂਦਿਆਂ ਜੀ ਮਾਤਾ ਪਿਤਾ ਨੂੰ ਦੋ ਰੋਟੀਆਂ ਨਹੀਂ ਪੁੱਛੀ, ਦੁੱਧ ਦਾ ਗਲਾਸ ਨਹੀਂ ਪੁੱਛਿਆ, ਦਵਾਈ ਨਹੀਂ ਪੁੱਛੀ। ਮਰਨ ਤੋਂ ਬਾਅਦ ਪਕਵਾਨ ਦੇ ਪਕਵਾਨ ਚੱਲ ਰਹੇ ਹਨ। ਮਰਨ ਤੋਂ ਬਾਅਦ ਉਹਨਾਂ ਦੇ ਅੰਤਿਮ ਅਰਦਾਸ ਤੇ ਕਹਿ ਲਿਓ ਜਦੋਂ ਪ੍ਰਾਣੀ ਚੜ ਗਿਆ, ਹਾਲਾਂਕਿ ਅੰਤਿਮ ਅਰਦਾਸ ਦਾ ਸੰਬੰਧ ਬਜ਼ੁਰਗ ਨਾਲ ਹੀ ਹੈ ਵੀ ਜਿਹਦਾ ਮਨਾ ਰਹੇ ਹੋ ਉਹਨੂੰ ਪੁੱਛਿਆ ਨਹੀਂ, ਉਹ ਤੋਂ ਬਾਅਦ ਵਿੱਚ ਤੁਸੀਂ ਢੇਰੀਆਂ ਲਾ ਦਿੱਤੀਆਂ। ਫਿਰ ਉਹ ਸਾਰਾ ਡਸਟਬਿਨ 'ਚ ਜਾ ਰਿਹਾ ਹੈ। ਕਊਆ ਕੁਕਰ ਖਾਹੀ, ਕੁੱਤੇ ਖਾ ਰਹੇ ਨੇ, ਕਾਂ ਖਾ ਰਹੇ ਨੇ, ਵੇਸਟ ਜਾ ਰਿਹਾ ਹੈ। ਤੇ ਜਿਉਂਦਿਆਂ ਜੀ ਪੁੱਛਿਆ ਨਹੀਂ। ਮੋਕੋ ਕੁਸ਼ਲ ਬਤਾਵੋ ਕੋਈ। ਕਬੀਰ ਸਾਹਿਬ ਕਹਿੰਦੇ ਕੁਸ਼ਲ, ਕੁਸ਼ਲ ਦਾ ਅਰਥ ਹੁੰਦਾ ਸੁਖ ਸ਼ਾਂਤੀ। ਲੋਕ ਕਹਿੰਦੇ ਸਾਨੂੰ ਸੁਖ ਸ਼ਾਂਤੀ ਦੱਸੋ ਕਿੱਥੋਂ ਮਿਲੇਗੀ। ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਪੀ ਕੈਸੇ ਹੋਏ। ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੇ ਜਿਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਐ, ਆਪਨ ਕਹਿਆ ਨ ਲਈ। ਇਹ ਸ਼ਬਦ ਤੁਸੀਂ ਜ਼ਰੂਰ ਪੜ੍ਹਿਓ ਮੌਕਾ ਲੱਗੇ ਤੇ, ਕਿਉਂਕਿ ਇੱਕ ਇੱਕ ਪੰਕਤੀ ਬੜਾ ਗਹਿਰਾ ਅਰਥ ਕਰਦੀ ਹੈ। ਜੀਵਤ ਪਿੱਤਰ ਨਾ ਮਾਨੇ ਕੋ, ਹਰ ਇੱਕ ਸਿੱਖ ਨੂੰ ਯਾਦ ਹੋਣਾ ਚਾਹੀਦਾ ਹੈ। ਹਰ ਇੱਕ ਸਿੱਖ ਨੂੰ ਸ਼ਰਾਧਾਂ ਦੇ ਦਿਨਾਂ ਵਿੱਚ ਜੀਵਤ ਪਿੱਤਰ ਨਾ ਮਾਨੇ ਕੋ ਇੱਕ ਸ਼ਬਦ ਦਾ 2 ਮਿੰਟ ਲਾ ਕੇ ਅਰਥਾਂ ਸਮੇਤ ਨਿਤਨੇਮ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਜੀ ਕਹਿੰਦੇ ਵੀ ਐਸੇ ਪਿੱਤਰ ਤੁਮਾਰੇ ਕਹੀਐ, ਆਪਨ ਕਹਿਆ ਨਾ ਲੇਹੀ। ਗੁਰੂ ਸਾਹਿਬ ਦੀ ਬਾਣੀ ਕਹਿੰਦੀ ਤੁਹਾਡੇ ਬਜ਼ੁਰਗ ਇਹੋ ਜਿਹੇ ਨੇ, ਉਹ ਆਪ ਨਹੀਂ ਮੰਗ ਰਹੇ। ਜਿਉਂਦਾ ਜੀ ਉਹ ਖੀਰ ਨਹੀਂ ਖਾਂਦਾ ਸੀ, ਪਰ ਤੁਸੀਂ ਕਹਿ ਰਹੇ ਹੋ ਇਸ ਸਰੀਰ ਨੂੰ ਖਵਾ ਕੇ ਖੀਰ ਉੱਥੇ ਪਹੁੰਚ ਰਹੀ ਹੈ, ਤੁਸੀਂ ਇਸ ਨੂੰ ਖੀਰ ਖਵਾ ਰਹੇ ਹੋ ਕਿ ਉਹ ਖੀਰ ਖਾਂਦਾ ਹੈ। ਜਿਹੜੀਆਂ ਚੀਜ਼ਾਂ ਅਸੀਂ ਖਵਾ ਰਹੇ ਹਾਂ ਉਹ ਬਜ਼ੁਰਗ ਕਈ ਵਾਰ ਖਾਂਦੇ ਨਹੀਂ ਹੁੰਦੇ। ਇਹੀ ਗੱਲ ਸੀ ਗੁਰੂ ਸਾਹਿਬ ਜੀ ਨੇ ਸੂਰਜ ਵਾਲੇ ਪਾਸੇ ਨੂੰ ਲੋਕ ਜੋ ਪਾਣੀ ਦੇ ਰਹੇ ਸਨ,
ਉੱਥੇ ਵੀ ਗੁਰੂ ਸਾਹਿਬ ਜੀ ਨੇ ਪ੍ਰੈਕਟੀਕਲੀ ਵਿਰੋਧ ਕੀਤਾ। ਅਸੀਂ ਉਲਟ ਦਿਸ਼ਾ 'ਚ ਪਾਣੀ ਦਿੱਤਾ, ਲੋਕ ਇਕੱਠੇ ਹੋ ਗਏ ਜੀ ਅਸੀਂ ਚੜ੍ਹਦੇ ਵਾਲੇ ਪਾਸੇ, ਤੁਸੀਂ ਲਹਿੰਦੇ ਵਾਲੇ ਪਾਸੇ। ਗੁਰੂ ਸਾਹਿਬ ਨੇ ਕਿਹਾ ਮੈਂ ਤੇ ਤੁਹਾਨੂੰ ਕੁਝ ਕਿਹਾ ਹੀ ਨਹੀਂ। ਕਹਿੰਦੇ ਤੁਸੀਂ ਫਿਰ ਇੰਜ ਕਿਉਂ ਕਰ ਰਹੇ ਹੋ, ਸਾਡੀ ਮਰਿਆਦਾ ਦੀ ਉਲੰਘਣਾ। ਮਹਾਰਾਜ ਕਹਿੰਦੇ ਜੇ ਮਰਿਆਦਾ ਦੀ ਕੀ, ਮੈਂ ਭਾਂਡਾ ਚੁੱਕ ਕੇ ਇੱਧਰ ਨੂੰ ਪਾਣੀ ਦੇਣ ਲੱਗ ਪਿਆ। ਕਹਿੰਦੇ ਇੱਧਰ ਨਹੀਂ ਇੱਧਰ ਦੇਣਾ ਹੈ। ਗੁਰੂ ਸਾਹਿਬ ਕਹਿੰਦੇ ਮੇਰਾ ਕਰਤਾਰਪੁਰ ਸਾਹਿਬ ਇੱਧਰ ਹੈ, ਮੈਂ ਬੀਜ ਆਇਆ ਸੀ, ਪਾਣੀ ਦੇਣਾ ਭੁੱਲ ਗਿਆ, ਮੇਰੇ ਕੋਲ ਸਮਾਂ ਨਹੀਂ, ਇੱਥੇ ਖੜਾ ਮੈਂ ਕਿ ਚਲੋ ਪਾਣੀ ਦੇ ਦਿਆਂ। ਉਹ ਕਹਿੰਦੇ ਇੱਥੇ ਦਾ ਪਾਣੀ ਉੱਥੇ ਕਿਵੇਂ ਜਾਏਗਾ। ਗੁਰੂ ਸਾਹਿਬ ਕਹਿੰਦੇ ਤੁਹਾਡਾ ਇੱਥੇ ਦਿੱਤਾ ਪਾਣੀ ਸੂਰਜ ਵਾਲੇ ਪਾਸੇ ਪਿੱਤਰਾਂ ਤੱਕ ਕਿਵੇਂ ਜਾ ਸਕਦਾ ਹੈ। ਹਾਲਾਂਕਿ ਜਿੱਥੇ ਬੀਜ ਬੀਜਿਆ ਉਹ ਤੇ ਇਸੇ ਧਰਤੀ ਤੇ ਹੈ, ਪਰ ਪਿੱਤਰ ਤੇ ਇਸ ਧਰਤੀ ਤੇ ਵੀ ਨਹੀਂ। ਕਿੱਡੀ ਵੱਡੀ ਉਹਨਾਂ ਦੇ ਇਲਾਕੇ ਵਿੱਚ, ਉਹਨਾਂ ਦੇ ਅਸਥਾਨਾਂ, ਤੀਰਥ ਸਥਾਨਾਂ ਤੇ ਉਹਨਾਂ ਦੀ ਭੀੜ 'ਚ ਗੁਰੂ ਨਾਨਕ ਸਾਹਿਬ ਕੇਵਲ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੱਲ ਕਰ ਰਹੇ ਹਨ। ਅੱਜ ਸਿੱਖਾਂ ਦੀ ਭੀੜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਹੋ ਜਿਹੇ ਵਿਸ਼ੇ ਸਾਂਝੇ ਕਰਨੇ ਔਖੇ ਹਨ, ਕਿਉਂਕਿ ਅਸੀਂ ਅੜੀ ਕਰੀ ਬੈਠੇ ਹਾਂ। ਵੇਖਣ ਨੂੰ ਮਿਲਦਾ ਬਹੁਤ ਸਰੀਰ ਕਥਾ ਪਸੰਦ ਨਹੀਂ ਕਰਦੇ। ਸਮਾਗਮ ਤੁਸੀਂ ਦੇਖੋ, ਚਾਰ ਰਾਗੀ ਜਥੇ ਕਥਾ, ਕਿਉਂਕਿ ਕਥਾ ਵਿੱਚ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚ ਸਕਦੀ ਹੈ, ਕਿਉਂਕਿ ਇੱਕ ਗੱਲ ਤੇ ਬੋਲਣੀ ਹੈ। ਇਸ ਕਰਕੇ ਕਹਿੰਦੇ ਸਾਂਝਾ ਕੰਮ। ਬਹੁਤ ਲੋਕ ਕਹਿੰਦੇ ਜੀ ਕੀਰਤਨ ਵੀ ਵਧੀਆ ਹੈ, ਪਰ ਜਦੋਂ ਅਰਥਾਂ ਨੂੰ ਨਾਲ ਲੈ ਕੇ ਕੀਰਤਨ ਸੁਣੋਗੇ ਉਹਦਾ ਆਨੰਦ ਕੁਝ ਵੱਖ ਹੋਵੇਗਾ। ਇਸ ਲਈ ਬੇਨਤੀ ਨੂੰ ਸਮਝੋ। ਗੁਰੂ ਸਾਹਿਬ ਜੀ ਕਹਿੰਦੇ ਵੱਡੀਆਂ ਹੱਥ ਦਲਾਲ ਕੇ, ਕਬੀਰ ਸਾਹਿਬ ਜੀ ਕਹਿੰਦੇ ਆਪਣ ਲਹੇ ਆਨੰਦੀ। ਇੱਕ ਪ੍ਰਚਾਰਕ ਬੜੇ ਸੋਹਣੇ ਜ਼ਿਕਰ ਕਰ ਰਹੇ ਸਨ, ਉਹ ਕਹਿੰਦੇ ਵੀ ਜਿਹੜਾ ਜੂਨ ਮਹੀਨੇ ਦੇ ਵਿੱਚ ਸਾਡਾ ਪਾਣੀ ਦਾ ਟੈਂਪਰੇਚਰ, ਟੂਟੀਆਂ ਚਲਾਉਂਦੇ ਹਾਂ, ਗਰਮ ਪਾਣੀ ਆਉਂਦਾ ਹੈ, ਤੇ ਜਿਹੜੇ ਲੋਕ ਪਿੱਤਰਾਂ ਨੂੰ ਸੂਰਜ ਵਾਲੇ ਪਾਸੇ ਪਾਣੀ ਦੇ ਰਹੇ ਨੇ, ਤੇ ਉਹ ਪਿੱਤਰਾਂ ਨੂੰ ਕਿਹੋ ਜਿਹਾ ਪਾਣੀ ਪਿਲਾ ਰਹੇ ਹਨ। ਉਹ ਤੇ ਸੰਗ ਸਾੜ ਰਹੇ ਨੇ ਉਹਨਾਂ ਦਾ, ਜੋ ਮੰਨ ਰਹੇ ਹਨ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ। ਜਿਹੜੇ ਲੋਕ ਇਹੋ ਜਿਹੇ ਗਲਤ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਉਹਨਾਂ ਦੇ ਹੱਥ ਵੱਢ ਦੇਣੇ ਚਾਹੀਦੇ ਹਨ। ਭਾਵਰਥ ਉਹਨਾਂ ਕੋਲੋਂ ਕੋਈ ਪੁੱਛਿਆ ਨਹੀਂ ਲੈਣੀ, ਉਹਨਾਂ ਦੀ ਕੋਈ ਗੱਲ ਨਹੀਂ ਮੰਨਣੀ, ਉਹਨਾਂ ਕੋਲੋਂ ਇਹੋ ਜਿਹੇ ਪਖੰਡਵਾਦ ਦੇ ਹੱਕ ਖੋਹ ਲੈਣੇ ਚਾਹੀਦੇ ਹਨ। ਬਹੁਤ ਥਾਵਾਂ ਤੇ ਗੁਰਬਾਣੀ 'ਚ ਸਾਨੂੰ ਪ੍ਰੇਰਣਾ ਮਿਲਦੀ ਹੈ। ਬੜੀ ਪ੍ਰਚਲਿਤ ਘਟਨਾ ਹੈ। ਕਹਿੰਦੇ ਇੱਕ ਵਾਰ ਪਰਿਵਾਰ ਨੇ ਵਿਚਾਰ ਬਣਾਇਆ ਕਿ ਅਸੀਂ ਧਾਰਮਿਕ ਸ਼ਖਸੀਅਤ ਨੂੰ ਕਰ ਸਕਦੇ ਹਾਂ, ਕਿਉਂਕਿ ਦਾਦਾ ਦਾਦੀ ਜੀ ਚੜ੍ਹਾਈ ਕਰ ਚੁੱਕੇ ਸਨ। ਪਿਤਾ ਜੀ ਕਹਿੰਦੇ ਵੀ ਆਪਾਂ ਦਾਦਾ ਦਾਦੀ ਜੀ, ਆਪਣੇ ਮਾਤਾ ਪਿਤਾ ਦਾ ਬੱਚਿਆਂ ਨੂੰ ਕਹਿ ਰਹੇ ਨੇ ਤੁਹਾਡੇ ਦਾਦਾ ਦਾਦੀ ਜੀ ਦਾ ਸ਼ਰਾਧ ਕਰਨਾ ਹੈ। ਗੁਰਦੁਆਰੇ ਤੋਂ, ਮੰਦਿਰ ਤੋਂ, ਕਿਤੋਂ ਵੀ ਆਣਗੇ, ਉਹ ਪ੍ਰਸ਼ਾਦਾ ਛਕਣਗੇ। ਬੱਚੇ ਸਨ, ਕਹਿੰਦੇ ਜੀ ਸੱਚੀ ਪਹੁੰਚ ਜਾਏਗਾ ਉਹਨਾਂ ਤੱਕ। ਕਹਿੰਦੇ ਪਹੁੰਚੇਗਾ ਜ਼ਰੂਰ, ਕਿਉਂਕਿ ਉਹ ਕਹਿੰਦੇ ਹਨ ਪਹੁੰਚ ਜਾਏਗਾ। ਪਕਵਾਨ ਤਿਆਰ ਕੀਤੇ ਗਏ, ਖੀਰ ਬਣਾਈ ਗਈ, ਸਾਰਾ ਕੁਝ ਤਿਆਰ ਕੀਤਾ ਗਿਆ, ਜਿਵੇਂ ਥਾਲ ਪਰੋਸੀ ਗਈ। ਤੇ ਜਿਹੜਾ ਬੱਚਾ ਸੀ ਉਹਨਾਂ ਦਾ, ਉਹਨੇ ਟੀਕਾ ਭਰਿਆ ਤੇ ਉਸ ਪੰਡਤ ਜੀ ਕੋਲ ਜਾਂ ਫਿਰ ਗ੍ਰੰਥੀ ਜੀ ਕੋਲ ਉਹ ਬੈਠ ਗਿਆ। ਕਹਿੰਦਾ ਜੀ ਤੁਸੀਂ ਆਪਣੀ ਬਾਂਹ ਤੋਂ ਕੱਪੜਾ ਚੁੱਕੋ, ਇਹ ਟੀਕਾ ਲਾਣਾ ਹੈ। ਉਹ ਕਹਿੰਦਾ ਇਹ ਕਿਉਂ ਲਾਣਾ ਹੈ? ਉਹ ਟੈਨਸ਼ਨ 'ਚ ਆ ਗਿਆ। ਕਹਿੰਦਾ ਕਾਰਨ ਹੈ ਜੀ ਮੇਰੇ ਦਾਦਾ ਜੀ ਦੀ ਸ਼ੂਗਰ ਬੜੀ ਹਾਈ ਸੀ, ਬਹੁਤ ਸ਼ੂਗਰ ਸੀ, ਉਹ ਖੀਰ ਖਾਣ ਤੋਂ ਪਹਿਲਾਂ ਸ਼ੂਗਰ ਦਾ ਟੀਕਾ ਲਾਉਂਦੇ ਸੀ। ਜੇ ਤੁਸੀਂ ਬਿਨਾਂ ਟੀਕਾ ਲਾਏ ਖੀਰ ਖਾ ਲਈ, ਮੇਰੇ ਦਾਦਾ ਜੀ ਨੂੰ ਉੱਥੇ ਵਿਪਤਾ ਪੈ ਜਾਣੀ ਹੈ। ਇਸ ਕਰਕੇ ਜੇ ਤੁਸੀਂ ਖੀਰ ਖਾ ਕੇ ਕਹਿ ਰਹੇ ਹੋ ਬਜ਼ੁਰਗਾਂ ਤੱਕ ਜਾਏਗੀ, ਤੇ ਤੁਹਾਡਾ ਟੀਕਾ ਲਾਣਾ ਬਣਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਸਾਨੂੰ ਆਉਣ ਵਾਲੇ ਸਮੇਂ ਵਿੱਚ ਉਹ ਕੁਝ ਮਿਲੇਗਾ ਜੇ ਅਸੀਂ ਕਰਮ ਕਾਂਡਾਂ ਨੂੰ ਛੱਡ ਕੇ ਚੰਗੀ ਘਾਲਣਾ ਘਾਲਾਂਗੇ, ਚੰਗਾ ਕੁਝ ਖੱਟਾਂਗੇ।